ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਸ ਟੌਪਿਕ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਫੰਡਾਮੈਂਟਲ ਰਾਈਟਸ, ਜਿਹਨੂੰ ਅਸੀਂ ਮੌਲਿਕ ਅਧਿਕਾਰ ਬੋਲਦੇ ਹਾਂ। ਇਹਨਾਂ ਸੰਬੰਧੀ ਆਪਾਂ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ। ਸੋ ਦੋਸਤੋ, ਤੁਸੀਂ ਜਿਹੜੀ ਇਹ ਵੀਡੀਓ ਹੈ ਬਿਲਕੁਲ ਅਖੀਰ ਤੱਕ ਜ਼ਰੂਰ ਦੇਖਣੀ ਹੈ। ਸਭ ਤੋਂ ਪਹਿਲਾਂ ਜੇ ਆਪਾਂ ਤੇ ਇੰਟਰੋਡਕਟਰੀ ਪਾਰਟ ਦੇਖ ਲਈਏ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ, ਇਹ ਸਾਡੇ ਸੰਵਿਧਾਨ ਦੇ ਭਾਗ ਤੀਜੇ ਦੇ ਵਿੱਚ ਆਰਟੀਕਲ 12 ਤੋਂ ਲੈ ਕੇ 35 ਤੱਕ ਜਿਹੜੇ ਦਰਜ ਨੇ। ਸਾਨੂੰ ਸਵਾਲ ਪੁੱਛ ਲਿਆ ਜਾਂਦਾ ਪੇਪਰ ਦੇ ਵਿੱਚ ਕਿ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਉਹ ਕਿਹੜੇ ਭਾਗ ਦੇ ਵਿੱਚ ਨੇ, ਤਾਂ ਅਸੀਂ ਨੇ ਯਾਦ ਰੱਖਣਾ ਕਿ ਭਾਗ ਤੀਜੇ ਦੇ ਵਿੱਚ ਅਤੇ ਆਰਟੀਕਲ 12 ਤੋਂ ਲੈ ਕੇ 35 ਤੱਕ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ, ਇਹਨਾਂ ਦਾ ਉਲੇਖ ਜਿਹੜਾ ਕੀਤਾ ਗਿਆ। ਦੂਜੀ ਗੱਲ ਇਹ ਹੈ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਇਹ ਕਿੱਥੋਂ ਲਏ ਗਏ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜਾ ਸਾਡਾ ਸੰਵਿਧਾਨ ਹੈ ਉਹ ਵੱਖ-ਵੱਖ ਸੰਵਿਧਾਨਾਂ ਦੇ ਵਿੱਚੋਂ ਕੁਝ ਨਾ ਕੁਝ ਟੁਕੜੇ ਲਏ ਗਏ ਨੇ, ਬੋਰੋ ਕੀਤਾ ਗਿਆ ਜਿਹੜਾ ਕੁਛ ਨਾ ਕੁਛ। ਤਾਂ ਇਸੇ ਤਰ੍ਹਾਂ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਜਿਹੜੇ ਇਹ ਅਮਰੀਕਾ ਦਾ ਜਿਹੜਾ ਸੰਵਿਧਾਨ ਸੀਗਾ ਉਹਦੇ ਵਿੱਚੋਂ ਜਿਹੜੇ ਬੋਰੋ ਕੀਤੇ ਗਏ ਨੇ। ਇਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸਾਡਾ ਸੰਵਿਧਾਨ ਬਣ ਗਿਆ ਸੀਗਾ ਤਾਂ ਉਸ ਟਾਈਮ ਦੇ ਵਿੱਚ ਇਹਦੇ ਵਿੱਚ ਜਿਹੜੇ ਸੀਗੇ 7 ਮੌਲਿਕ ਅਧਿਕਾਰ ਜਿਹੜੇ ਸੀਗੇ ਦਰਜ ਕੀਤੇ ਗਏ ਸੀਗੇ, ਪਰੰਤੂ ਵਰਤਮਾਨ ਸਮੇਂ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਸਾਡੇ 6 ਮੌਲਿਕ ਅਧਿਕਾਰ ਨੇ ਇਹਨਾਂ ਦਾ ਉਲੇਖ ਕੀਤਾ ਗਿਆ। ਹੁਣ ਆਪਾਂ ਇਕੱਲਾ ਜਿਹੜਾ ਮਤਲਬ ਸਾਨੂੰ ਅਧਿਕਾਰ ਹੈ, ਮੌਲਿਕ ਅਧਿਕਾਰ ਮਿਲਿਆ ਹੈ, ਉਹ ਕਿਹੜੇ ਆਰਟੀਕਲ ਅਧੀਨ ਆਉਂਦਾ ਆਪਾਂ ਉਹਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਸਾਡਾ ਰਾਈਟ ਟੂ ਇਕੁਐਲਿਟੀ ਹੈ, ਜਿਹਨੂੰ ਅਸੀਂ ਸਮਾਨਤਾ ਦਾ ਅਧਿਕਾਰ ਕਹਿੰਦੇ ਹਾਂ, ਇਹ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਦਰਜ ਹੈ। ਰਾਈਟ ਟੂ ਫਰੀਡਮ ਸੁਤੰਤਰਤਾ ਦਾ ਅਧਿਕਾਰ ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ। ਰਾਈਟ ਅਗੇਂਸਟ ਐਕਸਪਲੋਟੇਸ਼ਨ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਹੈ ਜਿਹੜਾ ਆਰਟੀਕਲ 23 ਤੋਂ ਆਰਟੀਕਲ 24। ਰਾਈਟ ਟੂ ਫਰੀਡਮ ਆਫ ਰਿਲੀਜਨ ਧਾਰਮਿਕ ਸੁਤੰਤਰਤਾ ਦਾ ਜਿਹੜਾ ਸਾਡਾ ਮੌਲਿਕ ਅਧਿਕਾਰ ਹੈ, ਇਹ ਆਰਟੀਕਲ 25 ਤੋਂ ਲੈ ਕੇ ਆਰਟੀਕਲ 28 ਤੱਕ। ਕਲਚਰਲ ਐਂਡ ਐਜੂਕੇਸ਼ਨ ਰਾਈਟਸ ਜਿਹੜੇ ਸਾਡੇ ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ ਨੇ, ਇਹ ਆਰਟੀਕਲ 29 ਅਤੇ ਆਰਟੀਕਲ 30 ਦੇ ਵਿੱਚ। ਰਾਈਟ ਟੂ ਪ੍ਰੋਪਰਟੀ ਜਿਹੜਾ ਆਰਟੀਕਲ 31 ਦੇ ਵਿੱਚ ਦਰਜ ਸੀਗਾ। ਰਾਈਟ ਟੂ ਕਾਂਸਟੀਟਿਊਸ਼ਨਲ ਰੈਮੀਡੀਜ਼ ਜਿਹਨੂੰ ਸੰਵਿਧਾਨਿਕ ਉਪਚਾਰਾਂ ਦਾ ਸਿਧਾਂਤ ਜਾਂ ਅਧਿਕਾਰ ਬੋਲਦੇ ਹਾਂ ਅਸੀਂ, ਉਹ ਆਰਟੀਕਲ 32 ਦੇ ਅਧੀਨ ਹੈ। ਹੁਣ ਇਹਦੇ ਵਿੱਚ ਜਿਹੜਾ 6 ਨੰਬਰ ਉੱਤੇ ਮੈਂ ਬੋਲਿਆ ਕਿ ਰਾਈਟ ਟੂ ਪ੍ਰੋਪਰਟੀ ਆਰਟੀਕਲ 31 ਅਧੀਨ ਦਰਜ ਸੀ। ਇਹਦਾ ਮਤਲਬ ਕੀ ਹੈ? ਹੁਣ ਨਹੀਂ ਹੈ। ਜਦੋਂ ਸਾਡਾ ਸੰਵਿਧਾਨ ਹੋਣ ਦੇ ਵਿੱਚ ਆਉਂਦਾ ਉਸ ਟਾਈਮ ਸਾਡੇ ਕੋਲ 7 ਸੀਗੇ ਮੌਲਿਕ ਅਧਿਕਾਰ ਅਤੇ ਹੁਣ ਸਾਡੇ ਕੋਲ 6 ਨੇ। ਅਤੇ ਜਿਹੜਾ ਇਹ ਪ੍ਰੋਪਰਟੀ ਦਾ ਰਾਈਟ ਹੈ, ਇਹ ਜਿਹੜੀ ਸਾਡੇ ਸੰਵਿਧਾਨ ਦੇ ਵਿੱਚ 44ਵੀਂ ਸੋਧ ਹੋਈ ਸੀ 1978 ਦੇ ਵਿੱਚ, ਉਸ ਟਾਈਮ ਦੇ ਵਿੱਚ ਇਹਨੂੰ ਇੱਕ ਸਿਰਫ ਕਾਨੂੰਨੀ ਅਧਿਕਾਰ ਦਾ ਦਰਜਾ ਦਿੱਤਾ ਗਿਆ ਅਤੇ ਜਿਹੜਾ ਇਹਦਾ ਮੌਲਿਕ ਅਧਿਕਾਰ ਵਾਲਾ ਦਰਜਾ ਸੀਗਾ ਉਹ ਇਹਦੇ ਕੋਲੋਂ ਵਾਪਸ ਲੈ ਲਿਆ ਗਿਆ। ਇਹਦੀ ਗੱਲ ਆਪਾਂ ਇੱਥੇ ਕਰ ਚੁੱਕੇ ਹਾਂ ਪਹਿਲਾਂ। ਆਰਟੀਕਲ 300A ਪਾਰਟ 12 ਜਿਹੜਾ ਆਰਟੀਕਲ 300A ਅਤੇ ਭਾਗ 12ਵੇਂ ਦੇ ਵਿੱਚ ਹੁਣ ਜਿਹੜਾ ਇਹ ਲੀਗਲ ਰਾਈਟ ਹੈ, ਜਿਹੜਾ ਸਿਰਫ ਕਾਨੂੰਨੀ ਅਧਿਕਾਰ ਹੈ, ਇਹ ਬਣਾ ਦਿੱਤਾ ਗਿਆ। ਸਾਡੇ ਹੁਣ ਜਿਹੜੇ ਹੈਗੇ ਨੇ 6 ਫੰਡਾਮੈਂਟਲ ਰਾਈਟਸ ਨੇ। ਇਸ ਤੋਂ ਅੱਗੇ ਆਪਾਂ ਆਰਟੀਕਲ 12 ਦੀ ਗੱਲ ਕਰੀਏ। ਜਿਵੇਂ ਪਹਿਲਾਂ ਕਿਹਾ ਕਿ ਆਰਟੀਕਲ 12 ਤੋਂ ਲੈ ਕੇ 35 ਤੱਕ ਸਾਡੇ ਮੌਲਿਕ ਅਧਿਕਾਰਾਂ ਦਾ ਉਲੇਖ ਹੈ। ਹੁਣ ਆਰਟੀਕਲ 12 ਦੇ ਵਿੱਚ ਕੀ ਹੈ? ਡੈਫੀਨੇਸ਼ਨ ਆਫ ਸਟੇਟ, ਕਿ ਜਿਹੜਾ ਸਾਡਾ ਰਾਜ ਹੈ ਉਹਦੀ ਵਿਆਖਿਆ ਕੀ ਹੈ, ਉਹਦੇ ਅਰਥ ਕੀ ਨੇ। ਇੱਥੇ ਆਪਾਂ ਰਾਜ ਹੈ ਜਿਹੜਾ ਉਹਦਾ ਜਿਹੜਾ ਅਰਥ ਹੈ ਉਹਨੂੰ ਇੱਕ ਵਾਈਡਰ ਸੈਂਸ ਦੇ ਵਿੱਚ ਦੇਖਾਂਗੇ ਕਿ ਉਹਦੇ ਵਿੱਚ ਕਿਹੜੀਆਂ ਜਿਹੜੀਆਂ ਮਤਲਬ ਆਪਾਂ ਕਹਿ ਸਕਦੇ ਹਾਂ ਏਜੰਸੀਜ਼ ਨੇ ਉਹ ਉਹਦੇ ਅਧੀਨ ਆਉਂਦੀਆਂ ਨੇ। ਇੱਥੇ ਜਿਹੜਾ ਆਰਟੀਕਲ 12 ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਰਟੀਕਲ 12 ਹੈਜ਼ ਡਿਫਾਈਨ ਦਾ ਟਰਮ ਫॉर ਦਾ ਪਰਪਜ਼ ਆਫ ਪਾਰਟ 3 ਤੀਜੇ ਭਾਗ ਦੇ ਵਿੱਚ ਜਿਹੜਾ ਆਰਟੀਕਲ 12 ਹੈ ਇਹਦੀ ਵਿਆਖਿਆ ਕੀਤੀ ਗਈ ਹੈ ਕਿ ਇਹਦੇ ਵਿੱਚ ਕੀ ਕੁਛ ਆਉਂਦਾ ਹੈ। ਗਵਰਨਮੈਂਟ ਐਂਡ ਪਾਰਲੀਮੈਂਟ ਆਫ ਇੰਡੀਆ ਦੈਟ ਇਜ਼ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ ਆਰਗਨ ਆਫ ਦਾ ਯੂਨੀਅਨ ਗਵਰਨਮੈਂਟ, ਕਿ ਜਿਹੜੀ ਸਾਡੀ ਯੂਨੀਅਨ ਗਵਰਨਮੈਂਟ ਹੈ ਉਹਦਾ ਜਿਹੜਾ ਐਗਜ਼ੀਕਿਊਟਿਵ ਅਤੇ ਲੈਜਿਸਲੇਟਿਵ ਆਰਗਨਸ ਨੇ ਜਿਹੜੇ ਉਹ ਰਾਜ ਦੀ ਵਿਆਖਿਆ ਦੇ ਵਿੱਚ ਆਉਂਦੇ ਨੇ। ਗਵਰਨਮੈਂਟ ਐਂਡ ਲੈਜਿਸਲੇਚਰ ਆਫ ਸਟੇਟਸ ਦੈਟ ਇਜ਼ ਐਗਜ਼ੀਕਿਊਟਿਵ ਐਂਡ ਲੈਜਿਸਲੇਟਿਵ ਆਰਗਨ ਆਫ ਦਾ ਸਟੇਟ ਗਵਰਨਮੈਂਟ, ਕਿ ਜਿਹੜੇ ਸਾਡੇ ਰਾਜ ਦੇ ਵਿੱਚ ਜਿਵੇਂ ਵਿਧਾਨ ਸਭਾ, ਵਿਧਾਨ ਪਰਿਸ਼ਦ ਹੁੰਦੇ ਨੇ, ਉਹ ਜਿੰਨੀਆਂ ਮਤਲਬ ਉਹਨਾਂ ਦੇ ਅਧੀਨ ਆਉਂਦੇ ਨੇ, ਸਾਰਾ ਉਹ ਰਾਜ ਦੀ ਵਿਆਖਿਆ ਦੇ ਵਿੱਚ ਆਉਂਦਾ। ਆਲ ਲੋਕਲ ਅਥਾਰਟੀਜ਼ ਜਿੰਨੀਆਂ ਸਾਡੀਆਂ ਸਥਾਨਕ ਅਥਾਰਟੀਜ਼ ਨੇ, ਜਿਹਦੇ ਵਿੱਚ ਆਪਾਂ ਮਿਊਨਸੀਪੈਲਿਟੀ ਦੀ ਗੱਲ ਕਰ ਲਈਏ,
ਸਾਡੀਆਂ ਪੰਚਾਇਤਾਂ ਦੀ ਗੱਲ ਕਰ ਲਈਏ, ਜਿੰਨੇ ਡਿਸਟ੍ਰਿਕਟ ਬੋਰਡ ਨੇ ਅਤੇ ਜਿੰਨੇ ਟਰੱਸਟ ਬਣੇ ਹੋਏ ਨੇ। ਇਸ ਤੋਂ ਇਲਾਵਾ ਜਿੰਨੀਆਂ ਸਾਡੀਆਂ ਸਟੈਚੂਰੀ ਅਤੇ ਨਾਨ ਸਟੈਚੂਰੀ ਅਥੋਰਟੀਜ਼ ਨੇ, ਜਿਵੇਂ LIC ਹੈ, ONGC ਹੈ, ਸਿਆਲ ਹੈ, ਇਹ ਸਾਰੀਆਂ ਨੇ ਜਿਹੜੀਆਂ ਆਰਟੀਕਲ 12 ਦੇ ਅਧੀਨ ਇਹਨਾਂ ਦੀ ਵਿਆਖਿਆ ਕੀਤੀ ਗਈ ਹੈ ਕਿ ਜਿਹੜਾ ਰਾਜ ਹੈ ਉਹ ਇੱਕ ਵਾਈਡਰ ਸੈਂਸ ਦੇ ਵਿੱਚ ਫੈਲਿਆ ਹੋਇਆ ਸ਼ਬਦ ਹੈ, ਕਿ ਜਿਹਦੇ ਅਧੀਨ ਸਾਰਾ ਕੁਛ, ਜਿਹੜੀ ਆਪਾਂ ਏਜੰਸੀਆਂ ਦੀ ਗੱਲ ਕੀਤੀ ਹੈ ਕਿ ਸਾਰੀਆਂ ਉਹਦੇ ਆਪਾਂ ਕਹਿ ਸਕਦੇ ਖੇਤਰ ਦੇ ਵਿੱਚ ਆਉਂਦੀਆਂ ਨੇਗੀਆਂ। ਇਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਆਰਟੀਕਲ 13 ਦੀ, ਆਰਟੀਕਲ 13 ਦੇ ਵਿੱਚ ਕੀ ਕੀਤਾ ਗਿਆ ਕਿ ਜਿੰਨੇ ਸਾਡੇ ਕਾਨੂੰਨੀ ਅਧਿਕਾਰ ਨੇ, ਇਹਦੇ ਵਿੱਚ ਕੀ ਹੈ ਕਿ ਜਿਹੜਾ ਸਾਨੂੰ ਬਹੁਤ ਸਾਰੇ ਕਾਨੂੰਨੀ ਅਧਿਕਾਰ ਜਿਹੜੇ ਮਿਲੇ ਹੋਏ ਨੇ, ਜਿਹੜੇ ਸਾਨੂੰ ਮੌਲਿਕ ਅਧਿਕਾਰ ਮਿਲੇ ਹੋਏ ਨੇ, ਤਾਂ ਕਰਕੇ ਜਿਹੜੇ ਸਾਡੇ ਮਨੁੱਖ ਦੀ ਆਪਾਂ ਕਹਿ ਸਕਦੇ ਸੁਤੰਤਰਤਾ ਜਿਹੜੀ ਉਹ ਖੋਹੀ ਨਾ ਜਾ ਸਕੇ, ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਖੱਪਾ ਨਾ ਰਹੇ। ਵੋਇਡ ਦਾ ਮਤਲਬ ਇੱਥੇ ਕੀ ਹੈ, ਖਾਲੀਪਣ ਨਾ ਰਹੇ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਆਰਟੀਕਲ 14 ਤੋਂ ਲੈ ਕੇ ਆਰਟੀਕਲ 18 ਤੱਕ ਰਾਈਟ ਟੂ ਇਕੁਅਲਿਟੀ ਹੈ ਜਿਹੜੀ। ਆਰਟੀਕਲ 14 ਦੇ ਵਿੱਚ ਕੀ ਹੈ ਕਿ ਇਕੁਅਲਿਟੀ ਬਿਫੋਰ ਲਾ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾ, ਕਿ ਸਾਰੇ ਬੰਦੇ, ਜਿਹੜੇ ਸਾਰੇ ਵਿਅਕਤੀ ਨੇ, ਉਹ ਕਾਨੂੰਨ ਦੇ ਸਾਹਮਣੇ ਕੀ ਨੇ, ਸਮਾਨ ਨੇ। ਬੇਸ਼ੱਕ ਉਹਨਾਂ ਦਾ ਰੰਗ ਕੋਈ ਵੀ ਹੈ, ਉਹਨਾਂ ਦੀ ਕਾਸਟ ਕੋਈ ਵੀ ਹੈ, ਜਾਂ ਉਹਨਾਂ ਦਾ ਨਸਲ ਕੋਈ ਵੀ ਹੈ, ਧਰਮ ਕੋਈ ਵੀ ਹੈ, ਜਾਤ ਕੋਈ ਵੀ ਹੈ, ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਈਚ ਐਂਡ ਐਵਰੀ ਵਨ ਇਜ਼ ਇਕੁਅਲ ਬਿਫੋਰ ਦਾ ਲਾ। ਆਰਟੀਕਲ 15 ਦੇ ਵਿੱਚ ਕੀ ਹੈ ਕਿ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਤੌਰ 'ਤੇ, ਜਾਤੀ ਤੌਰ 'ਤੇ, ਨਸਲੀ ਤੌਰ ਦੇ ਉੱਤੇ, ਭਾਸ਼ਾਈ ਤੌਰ ਦੇ ਉੱਤੇ ਕੋਈ ਵੀ ਜਿਹੜਾ ਡਿਸਕ੍ਰੀਮੀਨੇਸ਼ਨ ਨਹੀਂ ਕੀਤਾ ਜਾਊਗਾ, ਭੇਦਭਾਵ ਦੀ ਆਪਾਂ ਕਹਿ ਸਕਦੇ ਹਾਂ ਮਨਾਹੀ ਇਹਦੇ ਵਿੱਚ। ਆਰਟੀਕਲ 16 ਦੇ ਵਿੱਚ ਕੀ ਹੈ, ਹਰ ਇੱਕ ਬੰਦੇ ਨੂੰ ਕੀ ਹੈ, ਪਬਲਿਕ ਐਮਪਲੋਇਮੈਂਟ ਦੇ ਵਿੱਚ ਕੀ ਹੈ, ਬਰਾਬਰ ਓਪਰਚੁਨਿਟੀ ਹੈ, ਕਿ ਕੋਈ ਵੀ ਇਨਸਾਨ ਜਿਹੜਾ ਉਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਯੋਗਤਾ ਹੈ ਅਤੇ ਉਹ ਬੰਦਾ ਉਸ ਯੋਗਤਾ ਨੂੰ ਪੂਰਾ ਕਰਦਾ ਤਾਂ ਉਹ ਕੋਈ ਵੀ ਜਿਹੜਾ ਸਰਕਾਰੀ ਸਨਮਾਨ ਹੈ ਜਾਂ ਸਰਕਾਰੀ ਅਹੁਦਾ ਉਹਨੂੰ ਪ੍ਰਾਪਤ ਕਰ ਸਕਦਾ ਹੈ। ਇੱਥੇ ਵੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਜਾਤੀ ਤੌਰ ਦੇ ਉੱਤੇ, ਨਸਲੀ ਤੌਰ ਦੇ ਉੱਤੇ, ਲਿੰਗ ਦੇ ਆਧਾਰ ਦੇ ਉੱਤੇ ਜਾਂ ਉਹਦੇ ਵਰਤ ਦੇ ਆਧਾਰ ਦੇ ਉੱਤੇ ਵਿਤਕਰਾ ਨਹੀਂ ਕੀਤਾ ਜਾਊਗਾ। ਆਰਟੀਕਲ 17 ਦੇ ਵਿੱਚ ਹੈ ਐਬੋਲੀਸ਼ਨ ਆਫ ਅਨਟੱਚੇਬਿਲਿਟੀ। ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਸਾਡਾ ਆਰਟੀਕਲ ਹੈ, ਪੇਪਰ ਦੇ ਵਿੱਚ ਵਾਰ-ਵਾਰ ਇਹ ਸਵਾਲ ਪੁੱਛਿਆ ਜਾਂਦਾ ਸਾਤੋਂ ਕਿ ਜਿਹੜਾ ਆਰਟੀਕਲ 17 ਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਸੂਆ ਛਾਤ ਜਾਂ ਜਿਹਨੂੰ ਛੂਤ ਛਾਤ ਦੀ ਮਨਾਹੀ ਬੋਲਦੇ ਹਾਂ, ਕਿ ਪਹਿਲਾਂ ਕੀ ਹੁੰਦਾ ਸੀ ਪੁਰਾਤਨ, ਜਦੋਂ ਆਪਾਂ ਵਿਚਰਦੇ ਹਾਂ ਆਪਣੇ ਇਤਿਹਾਸਕ ਪਿਛੋਕੜ ਦੇ ਵਿੱਚ, ਕਿ ਸਾਡੇ ਕਲਾਸਿਸ ਬਣੀਆਂ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਸਾਡੀ 4th ਕਲਾਸ ਇਹਨੂੰ ਸ਼ੂਦਰ ਬੋਲਦੇ ਸੀਗੇ। ਉਹਦੇ ਨਾਲ ਬਹੁਤ ਅਣਮਨੁੱਖੀ ਜਿਹੜਾ ਵਿਵਹਾਰ ਸੀਗਾ ਉਹ ਕੀਤਾ ਜਾਂਦਾ ਸੀਗਾ। ਤਾਂ ਸੰਵਿਧਾਨ ਦੇ ਵਿੱਚ ਇਸੇ ਕਰਕੇ ਜਿਹੜਾ ਆਰਟੀਕਲ 17 ਹੈ ਇਹ ਦਰਜ ਕੀਤਾ ਗਿਆ, ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਅਣਮਨੁੱਖੀ ਜਿਹੜਾ ਵਰਤਾਰਾ ਉਹ ਨਾ ਕੀਤਾ ਜਾਵੇ, ਅਤੇ ਸਾਰੇ ਇਨਸਾਨ ਕੀ ਨੇ, ਕਾਨੂੰਨ ਦੇ ਸਾਹਮਣੇ ਉਹ ਸਮਾਨ ਨੇ, ਅਤੇ ਛੂਤ ਛਾਤ ਵਾਲਾ ਜਿਹੜੀ ਇਹਦੀ ਬਿਲਕੁਲ ਮਨਾਹੀ ਹੈ। ਅਤੇ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਇਹਨੂੰ ਆਪਾਂ ਕਹਿ ਸਕਦੇ ਪੂਰਨ ਤੌਰ 'ਤੇ ਵਰਜਿਤ ਕੀਤਾ ਗਿਆ। ਆਰਟੀਕਲ 18 ਦੇ ਵਿੱਚ ਕੀ ਐਬੋਲੀਸ਼ਨ ਆਫ ਟਾਈਟਲਸ। ਟਾਈਟਲਸ ਤੋਂ ਇੱਥੇ ਭਾਵ ਕੀ ਹੈ ਕਿ ਜਿਵੇਂ ਸਾਨੂੰ ਪਹਿਲਾਂ ਸਰ ਦੀ ਉਪਾਧੀ ਮਿਲ ਜਾਂਦੀ ਸੀ, ਆਪਾਂ ਕਹਿੰਦੇ ਕਿ ਸਰ ਸਈਅਦ ਅਹਿਮਦ ਖਾਨ, ਇਸ ਤਰ੍ਹਾਂ ਦੇ ਜਿਵੇਂ ਸਾਨੂੰ ਬਹੁਤ ਸਾਰੇ ਵਾਕਿਆ ਨੇ ਉਹ ਮਿਲਦੇ ਨੇ ਇਤਿਹਾਸ ਦੇ ਵਿੱਚ। ਤਾਂ ਉਸ ਤਰ੍ਹਾਂ ਦਾ ਜਿਹੜਾ ਕੋਈ ਵੀ ਟਾਈਟਲ ਹੈ ਉਹਨੂੰ ਅਬੈਲਿਸ਼ ਕੀਤਾ ਗਿਆ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਟਾਈਟਲ ਆਪਣੇ ਨਾਮ ਦੇ ਨਾਲ ਨਹੀਂ ਲਾ ਸਕਦੇ। ਜਿਹੜੇ ਸਾਡੇ ਜਿਵੇਂ ਮਿਲਟਰੀ ਦੇ ਵਿੱਚ ਸਾਨੂੰ ਮਿਲਦੇ ਨੇ ਕਿ ਵੀਰ ਚੱਕਰ, ਪਰਮਵੀਰ ਚੱਕਰ, ਉਹ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸਾਨੂੰ ਮਨਾਹੀ ਨਹੀਂ ਹੈ, ਕਿਉਂਕਿ ਉਹ ਇੱਕ ਵੀਰਤਾ ਦੇ ਆਧਾਰ ਦੇ ਉੱਤੇ ਮਿਲਣ ਵਾਲੇ ਜਿਹੜੇ ਸਾਨੂੰ ਸਨਮਾਨ ਨੇ ਉਹ ਸਾਡੇ ਟਾਈਟਲ ਅਸੀਂ ਰੱਖ ਸਕਦੇ ਹਾਂ। ਪਰ ਜੇਕਰ ਕੋਈ ਸਾਨੂੰ ਟਾਈਟਲ ਹੈ ਕੋਈ ਮਤਲਬ ਬਾਹਰੋਂ ਮਿਲਦਾ ਸੀਗਾ, ਫੋਰਨ ਸਟੇਟ ਦੇ ਵਿੱਚ ਸਾਨੂੰ ਕੋਈ ਟਾਈਟਲ ਦਿੱਤਾ ਜਾਂਦਾ ਸੀ, ਤਾਂ ਅਸੀਂ ਉਹ ਆਪਣੇ ਨਾਮ ਨਾਲ ਉਹਨੂੰ ਐਡ ਨਹੀਂ ਕਰ ਸਕਦੇ। ਅਤੇ ਕੋਈ ਵੀ ਇਨਸਾਨ ਮਤਲਬ ਫੋਰਨ ਸਟੇਟ ਦੇ ਵਿੱਚ ਜਾ ਕੇ ਆਪਣੇ ਪ੍ਰੈਜ਼ੀਡੈਂਟ ਦੀ ਮਰਜ਼ੀ ਤੋਂ ਬਿਨਾਂ ਉੱਥੇ ਕੋਈ ਵੀ ਜਿਹੜਾ ਪ੍ਰੋਫਿਟ ਹੈ ਉਹ ਪ੍ਰਾਪਤ ਨਹੀਂ ਕਰ ਸਕਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਆਰਟੀਕਲ 19 ਤੋਂ ਲੈ ਕੇ ਆਰਟੀਕਲ 22 ਤੱਕ, ਜਿਹੜੇ ਸਾਡੇ ਰਾਈਟ ਟੂ ਫਰੀਡਮ ਹੈ, ਸੁਤੰਤਰਤਾ ਦਾ ਅਧਿਕਾਰ ਹੈ। ਰਾਈਟ ਟੂ ਫਰੀਡਮ ਆਰਟੀਕਲ 19 ਦੇ ਵਿੱਚ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸਾਡੇ ਪਹਿਲਾਂ 7 ਅਧਿਕਾਰ ਸੀਗੇ, ਪਰ ਹੁਣ ਕਿੰਨੇ ਰਹਿ ਚੁੱਕੇ ਨੇ, 6 ਰਹਿ ਚੁੱਕੇ ਨੇ। 7ਵਾਂ ਜਿਹੜਾ ਸਾਡਾ ਸੰਪਤੀ ਦਾ ਅਧਿਕਾਰ ਸੀ, ਰਾਈਟ ਟੂ ਪ੍ਰੋਪਰਟੀ ਸੀਗਾ, 44ਵੀਂ ਅਮੈਂਡਮੈਂਟ 1978 ਦੇ ਵਿੱਚ ਜਿਹੜੀ ਹੋਈ ਉਹਦੇ ਰਾਹੀਂ ਜਿਹੜਾ ਕੀ ਹੈ ਇਹ ਡਿਲੀਟ ਕਰ ਦਿੱਤਾ ਗਿਆ, ਅਤੇ ਹੁਣ ਸਿਰਫ ਇਹ ਸਾਡਾ ਕਾਨੂੰਨੀ ਅਧਿਕਾਰ ਹੈ। ਹੁਣ ਇਹਦੇ ਵਿੱਚ ਸਾਨੂੰ ਕਿਹੜੀਆਂ ਫਰੀਡਮ ਨੇ। ਪਹਿਲੀ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ, ਕਿ ਅਸੀਂ ਕਿਤੇ ਵੀ ਜਾ ਕੇ ਬੋਲ ਸਕਦੇ ਹਾਂ, ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹਾਂ। ਸਾਨੂੰ ਇਕੱਠੇ ਹੋਣ ਦੀ ਸੁਤੰਤਰਤਾ ਹੈ, ਅਸੈਂਬਲੀ ਕਰਨ ਦੀ। ਸਾਨੂੰ ਕੋਈ ਐਸੋਸੀਏਸ਼ਨ ਬਣਾਉਣ ਦੀ ਸੁਤੰਤਰਤਾ ਹੈ, ਅਸੀਂ ਕਿਤੇ ਵੀ ਘੁੰਮ ਫਿਰ ਸਕਦੇ ਹਾਂ, ਮੂਵਮੈਂਟ ਕਰ ਸਕਦੇ ਹਾਂ।
ਤੇ ਕਿਤੇ ਜਾ ਕੇ ਵੀ ਆਪਣਾ ਨਿਵਾਸ ਸਥਾਨ ਬਣਾ ਸਕਦੇ ਹਾਂ, ਸੈਟਲ ਹੋ ਸਕਦੇ ਹਾਂ। ਪਰ ਇੱਥੇ ਅਸੀਂ ਧਿਆਨ ਰੱਖੀਏ ਜਿਹੜਾ ਆਰਟੀਕਲ 370 ਸੀਗਾ, ਜੇ ਆਪਾਂ ਉਹਦੀ ਗੱਲ ਕਰੀਏ ਕਿ ਆਰਟੀਕਲ 370 ਦੇ ਵਿੱਚ ਜਿਹੜੀ ਜੰਮੂ ਐਂਡ ਕਸ਼ਮੀਰ ਸੀਗਾ ਉਹਨੂੰ ਇੱਕ ਸਪੈਸ਼ਲ ਦਰਜਾ ਮਿਲਿਆ ਹੋਇਆ ਸੀਗਾ, ਜਿਹਦੇ ਵਿੱਚ ਕੀ ਸੀਗਾ ਕਿ ਅਸੀਂ ਉੱਥੇ ਜਾ ਕੇ ਕੋਈ ਆਪਣਾ ਨਿਵਾਸ ਸਥਾਨ ਨਹੀਂ ਬਣਾ ਸਕਦੇ, ਪੱਕੇ ਤੌਰ ਦੇ ਉੱਤੇ ਪ੍ਰੋਪਰਟੀ ਵਗੈਰਾ ਨਹੀਂ ਖਰੀਦ ਸਕਦੇ, ਨਾ ਉੱਥੋਂ ਜਿਹੜੀ ਸਰਕਾਰੀ ਨੌਕਰੀ ਆ ਪ੍ਰਾਪਤ ਕਰ ਸਕਦੇ ਹਾਂ। ਉਹ ਆਰਟੀਕਲ 370 ਦੇ ਅਧੀਨ ਆਉਂਦਾ ਸੀਗਾ। ਫਿਰ ਸਾਨੂੰ ਕਿਸ ਤਰ੍ਹਾਂ ਦਾ ਕੋਈ ਪ੍ਰੋਫੈਸ਼ਨ ਕਰਨ ਦਾ, ਆਕੂਪੇਸ਼ਨ ਕੋਈ ਕਿੱਤਾ ਅਪਣਾਉਣ ਦਾ, ਵਪਾਰ ਕਰਨ ਦਾ, ਬਿਜ਼ਨਸ ਕਰਨ ਦੀ ਬਿਲਕੁਲ ਸੁਤੰਤਰਤਾ ਹੈ। ਆਰਟੀਕਲ 20 ਦੇ ਵਿੱਚ ਕੀ ਹੈ, ਪ੍ਰੋਟੈਕਸ਼ਨ ਐਂਡ ਰਿਸਪੈਕਟ ਆਫ ਕਨਵਿਕਸ਼ਨ ਫॉर ਅਫੈਂਸਿਸ, ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਫੈਂਸ ਨਹੀਂ ਹੋ ਸਕਦਾ। ਆਰਟੀਕਲ 20 ਗ੍ਰਾਂਟਸ ਪ੍ਰੋਟੈਕਸ਼ਨ ਅਗੇਂਸਟ ਆਰਬਿਟਰੀ ਐਂਡ ਐਕਸੈਸਿਵ ਪਨਿਸ਼ਮੈਂਟ ਟੂ ਐਨ ਅਕਿਊਜ਼ਡ ਪਰਸਨ, ਕਿ ਕਿਸੇ ਵਿਅਕਤੀ ਨਾਲ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਅਣਮਨੁੱਖੀ ਜਿਹੜਾ ਵਿਵਹਾਰ ਹੈ ਉਹ ਨਹੀਂ ਕੀਤਾ ਜਾ ਸਕਦਾ। ਆਰਟੀਕਲ 21 ਦੇ ਵਿੱਚ ਸਾਨੂੰ ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਸਾਡਾ ਆਰਟੀਕਲ ਹੈ, ਕਿ ਜਦੋਂ ਸਾਡੇ ਰਾਸ਼ਟਰਪਤੀ ਕੋਲੇ 3 ਆਪਾਂ ਕਹਿੰਦੇ ਕਿ ਜਿਹੜੀਆਂ ਸੰਕਟਕਾਲੀਨ ਸ਼ਕਤੀਆਂ ਨੇ, ਜਿਹਦੇ ਵਿੱਚ ਆਰਟੀਕਲ 352, ਆਰਟੀਕਲ 356 ਅਤੇ ਆਰਟੀਕਲ 360 ਆਉਂਦਾ ਹੈ। ਤਾਂ ਜਿਹੜਾ ਸਾਡਾ ਉਸ ਟਾਈਮ ਦੇ ਵਿੱਚ ਜੇਕਰ ਸਾਡੇ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ ਜਾਂ ਸਾਡੇ ਸਟੇਟ ਦੀ ਐਮਰਜੈਂਸੀ ਲੱਗ ਜਾਂਦੀ ਹੈ, ਸਾਡੇ ਬਹੁਤ ਸਾਰੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਨੂੰ ਅਵੈਲਿਸ਼ ਕੀਤਾ ਜਾ ਸਕਦਾ ਹੈ ਕੁਛ ਟਾਈਮ ਵਾਸਤੇ। ਪਰੰਤੂ ਜਿਹੜਾ ਸਾਡਾ ਆਰਟੀਕਲ 21 ਹੈ, ਆਰਟੀਕਲ 21 ਹੈ, ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਸਾਡਾ ਖਾਰਜ ਨਹੀਂ ਕੀਤਾ ਜਾ ਸਕਦਾ। ਇਹ ਆਪਾਂ ਨੇ ਬਹੁਤ ਜ਼ਿਆਦਾ ਧਿਆਨ ਨਾਲ ਇਸ ਗੱਲ ਨੂੰ ਦੇਖਣਾ ਹੈਗਾ, ਕਿਉਂਕਿ ਪੇਪਰ ਦੇ ਵਿੱਚ ਇਹ ਸਵਾਲ ਆਮ ਤੌਰ 'ਤੇ ਪੁੱਛਿਆ ਜਾਂਦਾ ਕਿ ਕਿਹੜਾ ਆਰਟੀਕਲ ਹੈ ਜਿਹੜਾ ਐਮਰਜੈਂਸੀ ਦੌਰਾਨ ਵੀ ਜਿਹੜਾ ਡਿਸਮਿਸ ਨਹੀਂ ਕੀਤਾ ਜਾ ਸਕਦਾ। ਆਰਟੀਕਲ 21A ਇਹ ਵੀ ਬਹੁਤ ਹੀ ਇੰਪੋਰਟੈਂਟ ਹੈ, ਰਾਈਟ ਟੂ ਐਜੂਕੇਸ਼ਨ, RTE, ਕਿ ਜਿਹੜਾ ਬੱਚੇ ਦੀ ਉਮਰ 6 ਤੋਂ ਲੈ ਕੇ 14 ਸਾਲ ਤੱਕ ਹੈ, ਉਹਦੇ ਵਾਸਤੇ ਪੜ੍ਹਨਾ ਕੀ ਹੈ, ਲਾਜ਼ਮੀ ਹੈ, ਜ਼ਰੂਰੀ ਅਧਿਕਾਰ ਮੰਨਿਆ ਗਿਆ ਸਾਡਾ। ਇਸੇ ਕਰਕੇ ਇਹਨੂੰ ਆਰਟੀਕਲ 21A ਨਾਲ ਜੋੜ ਦਿੱਤਾ ਗਿਆ। 21 ਦੇ ਵਿੱਚ ਆਪਾਂ ਦੇਖਿਆ ਕਿ ਸਾਨੂੰ ਜਿਉਣ ਦਾ ਅਧਿਕਾਰ ਹੈ, ਜੀਵਨ ਦੀ ਸੁਤੰਤਰਤਾ ਦਾ ਅਧਿਕਾਰ ਹੈ। ਤਾਂ ਆਰਟੀਕਲ 21A ਦੇ ਵਿੱਚ ਕੀ ਹੈ ਕਿ ਸਾਨੂੰ ਸਿੱਖਿਆ ਦਾ ਅਧਿਕਾਰ ਹੈ। ਆਪਾਂ ਇਹ ਵੀ ਗੱਲ ਕੀਤੀ ਸੀ ਕਿ ਜੋ ਸਾਡਾ ਸੰਵਿਧਾਨ ਬਣਿਆ ਉਸ ਟਾਈਮ ਸਾਡੇ ਮੌਲਿਕ ਜਿਹੜੇ ਸਾਡੇ ਕਰਤੱਵ ਸੀਗੇ ਉਹ ਐਡ ਨਹੀਂ ਕੀਤੇ ਗਏ ਸੀਗੇ। ਜਿਹੜੀ ਸਾਡੀ 42ਵੀਂ ਸੋਧ ਹੁੰਦੀ ਹੈ 1976 ਦੇ ਵਿੱਚ, ਉਸ ਟਾਈਮ ਜਿਹੜੇ ਸਾਡੇ ਮੌਲਿਕ ਕਰਤੱਵ ਨੇ ਉਹ ਜੋੜੇ ਗਏ। ਉਹਨਾਂ ਦੀ ਗਿਣਤੀ 10 ਸੀਗੀ। ਸਵਰਨ ਸਿੰਘ ਕਮੇਟੀ ਨੇ ਉਹਦੀ ਸਿਫਾਰਿਸ਼ ਦੇ ਉੱਤੇ ਜਿਹੜੇ ਸੀਗੇ ਸਾਡੇ ਮੌਲਿਕ ਕਰਤੱਵ ਜੋੜੇ ਗਏ ਨੇ। ਤਾਂ ਆਪਾਂ ਇੱਥੇ ਵੀ ਯਾਦ ਰੱਖਣਾ ਕਿ ਰਾਈਟ ਟੂ ਐਜੂਕੇਸ਼ਨ ਜਿਹੜਾ ਹੈ ਉਹ ਆਰਟੀਕਲ 21A ਦੇ ਵਿੱਚ ਆਉਂਦਾ, ਜਿਹਦੇ ਵਿੱਚ ਸਾਨੂੰ ਸਿੱਖਣਾ ਦਾ ਅਧਿਕਾਰ ਆ ਉਹ ਲਾਜ਼ਮੀ ਤੌਰ ਦੇ ਉੱਤੇ ਪ੍ਰਦਾਨ ਕੀਤਾ ਗਿਆ। 6 ਤੋਂ ਲੈ ਕੇ 14 ਸਾਲ ਤੱਕ ਜਿਹੜੇ ਬੱਚਿਆਂ ਦੀ ਉਮਰ ਹੈ ਉਹਨੂੰ ਜਿਹੜਾ ਪੜ੍ਹਾਈ ਦਾ ਦਰਜਾ ਪ੍ਰਾਪਤ ਕਰਨਾ ਜ਼ਰੂਰੀ ਹੈ। ਆਰਟੀਕਲ 22 ਦੇ ਵਿੱਚ ਕੀ ਹੈ, ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ, ਕਿ ਇਟ ਗ੍ਰਾਂਟਸ ਪ੍ਰੋਟੈਕਸ਼ਨ ਟੂ ਪਰਸਨਸ ਹੂ ਵਰ ਅਰੈਸਟਡ ਔਰ ਡਿਟੇਨਡ ਇਜ਼ 2 ਟਾਈਪਸ, ਕਿ ਕਿਸੇ ਵਿਅਕਤੀ ਨੂੰ ਆਪਾਂ ਕਹਿ ਸਕਦੇ ਹਾਂ ਕਿ ਗੁਲਾਮ ਨਹੀਂ ਆਪਾਂ ਬਣਾ ਸਕਦੇ, ਜਾਂ ਉਹ ਤੋਂ ਕੋਈ ਜਬਰੀ ਕੰਮ ਜਾਂ ਕੋਈ ਬੰਗਾਰ ਪਾ ਕੇ ਆਪਾਂ ਕਹਿੰਦੇ ਕਿ ਬਗਾਰ ਪੈ ਗਈ, ਤਾਂ ਇਸ ਤਰ੍ਹਾਂ ਦਾ ਤਾਂ ਕੋਈ ਕੰਮ ਨਹੀਂ ਕਰਵਾਇਆ ਜਾ ਸਕਦਾ। ਇਹਦੇ ਵਿੱਚ ਜਿਹੜੀ ਡਿਟੈਂਸ਼ਨ ਹੈ ਉਹ 2 ਤਰ੍ਹਾਂ ਦੀ ਹੈ, ਇੱਕ ਪਨੇਟਿਵ, ਇੱਕ ਪ੍ਰੀਵੈਂਟਿਵ। ਪਨੇਟਿਵ ਡਿਟੈਂਸ਼ਨ ਦਾ ਮਤਲਬ ਕੀ ਹੈ ਕਿ ਇਸ ਟੂ ਪਨਿਸ਼ ਅ ਪਰਸਨ ਫॉर ਐਨ ਅਫੈਂਸ ਕਮਿਟਡ ਬਾਈ ਹਿਮ ਆਫਟਰ ਟਰਾਇਲ ਐਂਡ ਕਨਵਿਕਸ਼ਨ ਇਨ ਕੋਰਟ, ਕਿ ਉਹਨੂੰ ਬਾਅਦ ਦੇ ਵਿੱਚ ਕੋਈ ਸਜ਼ਾ ਦੇਣੀ, ਕੋਈ ਇਹਨੇ ਇਸ ਤਰ੍ਹਾਂ ਦਾ ਕੰਮ ਕੀਤਾ ਗਾ, ਕਮਿਟ ਕੀਤਾ ਕੋਈ ਆਫੈਂਸ ਜਿਹਨੂੰ ਕੋਰਟ ਰਾਹੀਂ ਸਜ਼ਾ ਦਿੱਤੀ ਜਾਂਦੀ ਹੈ। ਕੋਰਟ ਰਾਹੀਂ ਸਜ਼ਾ ਦੇਣ ਤੋਂ ਬਾਅਦ ਉਹਦੇ ਨਾਲ ਪਨੇਟਿਵ ਡਿਟੈਂਸ਼ਨ ਹੈ। ਪ੍ਰੀਵੈਂਟਿਵ ਦੇ ਵਿੱਚ ਕੀ ਹੈ ਕਿ ਡਿਟੈਂਸ਼ਨ ਆਫ ਅ ਪਰਸਨ ਵਿਦਆਊਟ ਟਰਾਇਲ, ਕਿ ਕਿਸੇ ਵਿਅਕਤੀ ਨੂੰ ਬਿਨਾਂ ਕੋਰਟ ਤੋਂ ਸਜ਼ਾ ਦੇ ਦੇਣੀ ਆਪਦੇ ਹਿਸਾਬ ਨਾਲ, ਕਿ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਸ ਬੰਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋਣਾ ਚਾਹੀਦਾ, ਇਹਨੂੰ ਆਪਾਂ ਬੋਲਦੇ ਹਾਂ ਪ੍ਰੀਵੈਂਟਿਵ ਡਿਟੈਂਸ਼ਨ, ਕਿ ਕੋਰਟ ਦੀ ਦਖਲਅੰਦਾਜ਼ੀ ਤੋਂ ਬਿਨਾਂ ਕਿਸੇ ਨੂੰ ਸਜ਼ਾ ਦੇ ਦੇਣੀ। ਪਨੇਟਿਵ ਡਿਟੈਂਸ਼ਨ ਦਾ ਮਤਲਬ ਕੀ ਹੈ ਕਿ ਕੋਰਟ ਦੀ ਦਖਲਅੰਦਾਜ਼ੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਜਿਹੜੀ ਸਜ਼ਾ ਦੇਣੀ। ਇਹ ਆਰਟੀਕਲ 22 ਦੇ ਵਿੱਚ ਹੈ ਕਿ ਆਪਾਂ ਇਹਦੇ ਅਧੀਨ ਹੈ ਜਿਹੜਾ ਇਹਦੇ ਵਿਰੁੱਧ ਆਪਾਂ ਜਾ ਸਕਦੇ ਹਾਂ। ਸੋ ਦੋਸਤੋ, ਆਪਾਂ ਅੱਜ ਆਰਟੀਕਲ 22 ਦੇ ਜਿਹੜੇ ਸਾਡੇ ਆਪਾਂ ਕਹਿ ਸਕਦੇ ਹਾਂ ਮੌਲਿਕ ਅਧਿਕਾਰਾਂ ਦੀ ਵਿਆਖਿਆ ਕੀਤੀ ਆ। ਇਸ ਤੋਂ ਅਗਲੇ ਜਿਹੜੇ ਆਰਟੀਕਲ ਨੂੰ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਸੋ ਆਪਣੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ।